बिस्मिल्लाहिर्रहमानिर्रहीम। अस्सलाम वालेकुम नाज़रीन, तमाम दोस्त अहबाब को फार्मिंग टिप्स यूट्यूब चैनल में फराज अब्बास की जानब से खुश आमदीद। दोस्तों, इस वक्त कासम हुसैन साहब के मिक्स डेयरी फार्म पर मौजूद हूँ। माशाल्लाह 40 के करीब भैंसें और 10 गाय हैं। कासम भाई नौजवान शख्सियत हैं और बड़ी कामयाबी से डेयरी फार्मिंग का कारोबार कर रहे हैं। इनके फार्म की खास बात यह है कि ये रोज़ाना सिर्फ 30 जानवरों से 8 मन यानी 320 किलो दूध हासिल कर रहे हैं, जो कि गर्मियों में इनके जानवरों की एवरेज दूध देने की पैदावार काफ़ी अच्छी है। आज कासम भाई से जानवरों की खरीदारी, जानवरों के हराजात, जानवरों की बीमारियों, इनकी खुराक और मुनाफा के हवाले से एक तफसीली इंटरव्यू किया जाएगा। वीडियो को मुकम्मल लाजमी देखें, इंशाअल्लाह अज़्वजल फ़ायदा ज़रूर होगा। तो चलिए स्टार्ट करते हैं आज का अपना ये इंटरव्यू। अस्सलाम वालेकुम। वालेकुम सलाम जी। भाई जान ਤੁਹਾਡਾ ਨਾਂ ਕੀ ਹੈ? कासम हुसैन। ਕਾਸਮ ਭਾਈ ਕਿੰਨੇ ਜਾਨਵਰ ਨੇ ਤੁਹਾਡੇ ਕੋਲ? तकरीबन है कोई 40 मझां है ने ਤੇ ਗਾਵਾਂ ਕਿੰਨੀਆਂ ਨੇ? है कोई 10 गाइयां ने। ਅੱਛਾ ਕਾਸਮ ਭਾਈ ਇਹ ਦੱਸੋ ਕਿਹੜੀ ਨਸਲ ਦੀਆਂ ਮੱਝਾਂ ਜੇ? ये जी मिक्सी ने वेख लो। ਅੱਛਾ ਇਹ ਕਿਹੜੇ ਇਲਾਕੇ ਚੋਂ ਖਰੀਦੀਆਂ ਨੇ? ये बूरा दिहाड़ी आरफ वाले दी। ਅੱਛਾ ਇਹ ਦੱਸੋ ਕਿ ਜਿਹੜੀ ਚੰਗੀ ਮੱਝ ਹੈ ਅੱਜ ਕੱਲ ਉਹਦੀ ਕਿੰਨੀ ਕੁ ਕੀਮਤ ਹੈ? तकरीबन है 2.5-3 लाख तो। ਤੇ ਸਾਰਾ ਦੱਸੋ ਕਿ ਤੁਸੀਂ ਇਹ ਜਿਹੜੇ ਜਾਨਵਰ ਨੇ ਮੰਡੀ ਚੋਂ ਖਰੀਦਦੇ ਹੋ ਜਾਂ ਉਧਰ ਜਾ ਕੇ ਬੂੜਾ ਵਿਹਾੜੀ ਜਿਹੜਾ ਇਲਾਕਾ ਹੈ कुछ जानवर मंडी चो खरीदे जाते हैं, कुछ उधर बूरे जाके आप खुद लियाई देन जाके वेख के। ਅੱਛਾ ਇਹ ਦੱਸੋ ਮੰਡੀ ਚੋਂ ਖਰੀਦਣਾ ਬਿਹਤਰ ਹੈ ਕਿ ਪਿੰਡਾਂ ਵਿੱਚ ਫਿਰ ਕੇ ਖਰੀਦਣਾ ਬਿਹਤਰ ਹੈ? मंडी च वेखो जी, वो तो फिर वो हिसाब जी तो उधर खरीदिए जे उधर सही है। ਅੱਛਾ ਨਹੀਂ ਤੁਹਾਡਾ ਫਿਰ ਕੀ ਖਿਆਲ ਹੈ ਕਿ ਪਿੰਡਾਂ ਵਿੱਚ ਖਰੀਦਣਾ ਬਿਹਤਰ ਹੈ? हाँ जी बिल्कुल, उधर खरीदना बिल्कुल सही है। ਅੱਛਾ ਸਰ ਇਹ ਦੱਸੋ ਕਿ ਜਿਹੜੇ ਤੁਹਾਡੇ 40 ਮੱਝਾਂ ਤੇ ਕੋਈ 10 ਗਾਵਾਂ ਦਸੀਆਂ ਜੇ? हाँ जी हाँ जी बिल्कुल, 50 डंगर ने। ਤੇ ਇਹਨਾਂ ਦੀ ਡੇਲੀ ਦੀ ਰੂਟੀਨ ਦੱਸਣੀ ਤੁਸੀਂ ਕੀ ਇਹਨਾਂ ਨੂੰ ਖਵਾਉਂਦੇ ਪਿਆਉਂਦੇ ਹੋ ਸਵੇਰ ਦੁਪਹਿਰੀ ਸ਼ਾਮੀ ਜਾਂ ਸਾਰਾ ਜਿਹੜਾ ਨਾ ਤਰਤੀਬ ਨਾਲ ਦੱਸਿਓ। सुबह ये कि ना तूड़ी वंडा पाई दा इन्हां नूं, खाल रोटियां चोखर तूड़ी पाई दी है। ਤੇ ਦੁਪਹਿਰੀ ਦੁਪਹਿਰੇ ਚਾਰਾ ਪਾਈ ਦਾ, ਬਸ ਚਰੀ ਦਾ ਵੇਖ ਲਓ ਤੁਹਾਡੇ ਸਾਹਮਣੇ ਹਰਾ ਢਾਦੇ ਆ ਨਾਲ ਤੂੜੀ ਰਲਾ ਕੇ। ਤੇ ਸ਼ਾਮੀ ਕੋਈ ਪਾਉਂਦੇ ਹੋ ਪੱਠੇ ਇਹਨਾਂ ਨੂੰ? ਹਾਂਜੀ ਨਹੀਂ, ਸ਼ਾਮੀ ਪੱਠੇ ਨਹੀਂ, ਸ਼ਾਮੀ ਫੇਰ ਵਾਂਡੀ ਪਾਈ ਦਾ ਤੂੜੀ ਵਾਂਡੀ। ਅੱਛਾ ਤੁਸੀਂ ਦੱਸਿਆ ਕਿ ਸਵੇਰ ਇਹਨਾਂ ਨੂੰ ਤੂੜੀ ਵੰਡਾ ਰੋਟੀਆਂ ਵਗੈਰਾ ਪਾਉਂਦੇ ਹੋ? ਹਾਂਜੀ ਬਿਲਕੁਲ। ਇਹ ਜਿਹੜਾ ਵੰਡਾ ਜਿਹੜੇ ਦੁੱਧ ਦਿੰਦੇ ਨੇ ਜਾਨਵਰ ਉਹਨਾਂ ਨੂੰ ਪਾਉਂਦੇ ਹੋ ਬਸ ਕਿ ਸਾਰੇ ਜਾਨਵਰਾਂ ਨੂੰ ਪਾਉਂਦੇ ਹੋ? ਨਹੀਂ, ਜਿਹੜੇ ਦੁੱਧ ਦਿੰਦੇ ਨੇ ਉਹਨਾਂ ਨੂੰ ਪਾਈਦਾ, ਦੂਸਰਿਆਂ ਨੂੰ ਪਾਈਦਾ ਕਿ ਸਾਰਿਆਂ ਨੂੰ? ਹਾਂਜੀ ਮਿਕਸ ਸਾਰੇ। ਉਹਦਾ ਕੀ ਫਾਇਦਾ? ਜਿਹੜੇ ਤੇ ਦੁੱਧ ਦਿੰਦੇ ਨੇ ਉਹ ਤੇ ਹੋ ਗਿਆ ਨਾ ਕਿ ਦੁੱਧ ਜ਼ਿਆਦਾ ਦੇਣਦੇ, ਤੇ ਦੂਸਰਿਆਂ ਨੂੰ ਵੇਖੋ ਨਾ ਪਾਣੇ ਦੇ ਅਸਲ ਲਿਸੇ ਹੋ ਜਾਂਦੇ ਡੰਗਰ, ਕਮਜ਼ੋਰ ਹੋ ਜਾਂਦੇ ਨੇ ਡੰਗਰ ਜੀ ਜੇ ਨਾਲ ਪਾਈਏ ਤੇ। ਅੱਛਾ ਸਰ ਇਹ ਦੱਸੋ ਕਿ ਤੁਹਾਡਾ ਇੱਕ ਜਾਨਵਰ ਤੇ ਰੋਜ਼ਾਨਾ ਦਾ ਕਿੰਨਾ ਖਰਚਾ ਆ ਜਾਂਦਾ ਹੈ? ਤਕਰੀਬਨ ਇਹ 500-600 ਰੁਪਇਆ ਆ ਜਾਂਦਾ ਇੱਕ ਜਾਨਵਰ ਦੇ ਉੱਤੇ। ਇੱਕ ਜਾਨਵਰ ਤੇ 500 ਆ ਜਾਂਦਾ? ਹਾਂਜੀ। ਅੱਛਾ ਸਰ ਇਹ ਦੱਸੋ ਕਿ ਇਹ ਤੁਹਾਡੇ ਕੋਲ ਜਿਹੜੇ 40-50 ਜਾਨਵਰ ਨੇ ਇਹਨਾਂ ਵਾਸਤੇ ਸਬਜ਼ ਚਾਰਾ ਕਿੰਨੇ ਕਿੱਲੇ ਤੋਂ ਕਾਸ਼ਤ ਕੀਤਾ ਹੈ? ਕਮ ਸੇ ਕਮ ਹੈ ਕੋਈ 6 ਕਿੱਲੇ ਹੈ ਨਹੀਂ ਇਹ। ਠੀਕ ਹੈ 6 ਕਿੱਲੇ ਕਾਫੀ ਹੁੰਦਾ ਹੈ? ਨਹੀਂ ਕਾਫੀ ਨਹੀਂ, ਫਿਰ ਥੋੜਾ ਬਹੁਤਾ ਘੱਟੇ ਤੇ ਫਿਰ ਲੈ ਲਈ ਦੇ 2-3 ਕਿੱਲੇ ਹੋਰ ਲੈ ਲਈ ਦੇ ਜੀ। ਅੱਛਾ ਜ਼ਰੂਰਤ ਪੜੇ ਤੇ ਫਿਰ। ਠੀਕ ਹੈ। ਅੱਛਾ ਸਰ ਇਹ ਦੱਸੋ ਕਿ ਤੁਹਾਡੇ ਜਾਨਵਰ ਰੋਜ਼ਾਨਾ ਦਾ ਕਿੰਨਾ ਦੁੱਧ ਦਿੰਦੇ ਨੇ? ਇਹ ਕਮ ਸੇ ਕਮ ਹੋ ਜਾਂਦਾ ਕੋਈ 4 ਕਮਾਨ ਦੁੱਧ ਹੋ ਜਾਂਦਾ ਇੱਕ ਟਾਈਮ ਦਾ। ਇੱਕ ਟਾਈਮ ਦਾ? ਹਾਂ ਮਾਸ਼ਾਅੱਲਾ। ਤੁਹਾਡੇ ਕਿੰਨੇ ਜਾਨਵਰ ਦੁੱਧ ਦੇ ਰਹੇ ਨੇ? ਇਹ ਤਕਰੀਬਨ ਕੋਈ 30 ਡੰਗਰ ਦੁੱਧ ਦੇ ਰਹੇ ਨੇ। ਅੱਛਾ 10 ਡੰਗਰ ਕੋਨੀ ਦੁੱਧ ਦਿੰਦੇ ਜੀ। ਤੇ ਆ ਜਿਹੜਾ ਦੱਸਿਆ ਜੇ ਇਹ ਕਿ 4 ਕਮਾਨ ਹੋ ਜਾਂਦਾ ਹੈ, ਹਾਂਜੀ ਇਹ ਇੱਕ ਟਾਈਮ ਦਾ ਤੁਸੀਂ ਦੱਸਿਆ ਗਾਵਾਂ ਤੇ ਮੱਝਾਂ ਦਾ ਮਿਕਸ ਦੱਸਿਆ ਜੀ? ਮਿਕਸ ਹੀ, ਮਿਕਸ ਬਿਲਕੁਲ ਮਿਕਸ ਹੀ ਤੇ ਹੈ। ਅੱਜ ਕੱਲ ਕੀ ਰੇਟ ਹੈ ਦੁੱਧ ਦਾ? ਦੁੱਧ ਦਾ ਰੇਟ ਅੱਜ ਕੱਲ 100 ਰੁਪਏ ਰੇਟ ਹੈ। ਅੱਛਾ ਹਾਂਜੀ ਠੀਕ ਹੈ। ਤੇ ਆ ਜਿਹੜੇ ਜਾਨਵਰ ਨੇ ਇਹਨਾਂ ਨੂੰ ਕਿੰਨੀ ਜਗ੍ਹਾ 'ਚ ਰੱਖਿਆ ਜੇ? ਇਹ ਤਕਰੀਬਨ ਹੈ ਕੋਈ 2 ਕਨਾਲ ਥਾਂ ਹੈ ਵਿਆ। 2 ਕਨਾਲਾਂ ਟੋਟਲ ਹੀ? ਹਾਂਜੀ। ਇਹ ਜਿਹੜਾ ਸ਼ੈੱਡ ਨਜ਼ਰ ਆ ਰਿਹਾ ਨਾਲ ਇਹ ਕਿੰਨੇ ਕੁ ਏਰੀਏ 'ਚ ਹੋਏਦਾ? ਇਹ ਕਮ ਸੇ ਕਮ 10 ਕਮਰਲੇ ਚ ਹੈ ਜੇ। ਅੱਛਾ ਭਾਈ ਜਾਨ ਇਹ ਦੱਸਿਓ ਕਿ ਜਿਹੜਾ ਤੁਹਾਡਾ ਸ਼ੈੱਡ ਹੈ ਹਾਂਜੀ 10 ਮਰਲੇ ਦਾ ਦੱਸਿਆ ਹੈ? ਨਹੀਂ ਨਹੀਂ, ਇਹ ਸ਼ੈੱਡ ਜਿਹੜਾ ਬਣਿਆ ਨਾ, ਜਿਹੜਾ ਛੱਤਿਆ 10 ਮਰਲੇ ਦਾ, ਉਂਝ ਟੋਟਲ 2 ਕਨਾਲ ਥਾਂ ਜੀ ਸ਼ੈੱਡ ਭਾਈ 10 ਮਰਲੇ? ਹਾਂਜੀ ਬਿਲਕੁਲ। ਸ਼ੈੱਡ ਉੱਤੇ ਤੁਹਾਡਾ ਕਿੰਨਾ ਖਰਚਾ ਆ ਗਿਆ? ਇਹ ਤਕਰੀਬਨ ਕੋ ਆ ਗਿਆ 13 ਲੱਖ ਜਾਂ 15 ਲੱਖ ਰੁਪਏ ਟੋਟਲ ਖਰਚਾ ਇੰਨਾ ਕਾ ਆ ਹੀ ਗਿਆ। ਅੱਛਾ ਸਰ ਇਹ ਦੱਸੋ ਕਿ ਕਿਹੜੇ ਸਾਲ ਤੁਸੀਂ ਸ਼ੈੱਡ ਬਣਾਇਆ ਸੀ? ਇਹ ਤਕਰੀਬਨ ਕੋਈ 2 ਸਾਲ ਹੋ ਗਏ ਨੇ ਬਣਾਇਆ। ਅੱਛਾ ਭਾਈ ਜਾਨ ਦੱਸੋ ਕਿ ਮੈਂ ਬਾਜ਼ ਜਗ੍ਹਾ ਤੇ ਸ਼ੈੱਡ ਵੇਖੇ ਨੇ ਕਿ ਉਹ ਦੂਸਰੀਆਂ ਉਹਨਾਂ ਸੀਮੈਂਟ ਵਾਲੀਆਂ ਸਲੈਬਾਂ ਪਾਈਆਂ ਹੁੰਦੀਆਂ ਨੇ ਜਾਂ ਬਾਲੇ ਤੇ ਸਿਰਕੀ ਜਿਹੜਾ ਨਾ ਉਹ ਇਸਤੇਮਾਲ ਕੀਤਾ ਹੁੰਦਾ ਹੈ। ਉਹ ਇਸ ਤੁਹਾਡਾ ਜਿਹੜਾ ਕਿ ਬਾਰਿਸ਼ ਦੀ ਵਜ੍ਹਾ ਤੋਂ ਚੋਂਦੇ ਨੇ, ਫਿਰ ਜਾਨਵਰ ਜਿਹੜੇ ਤੁਹਾਨੂੰ ਪਤਾ ਸਿਆਲ ਦੇ ਵਿੱਚ ਠਰਦੇ ਨੇ, ਫਿਰ ਉਹਨਾਂ ਨੂੰ ਨਹੀਂ ਫਿਰ ਹਿਸਾਬ ਨਹੀਂ ਸਹੀ ਲੱਗਦਾ। ਤੇ ਇਹ ਜਿਹੜਾ ਤੁਹਾਡਾ ਸ਼ੈੱਡ ਹੈ ਇਹਦੇ 'ਚ ਗਰਮੀ 'ਚ ਤੇ ਹੀਟ ਅਪ ਹੋ ਜਾਂਦਾ ਹੈ,
ਤੁਸੀਂ ਗਰਮੀ 'ਚ ਜਾਨਵਰ ਫਿਰ ਕੀ ਕਰਦੇ ਹੋ, ਬਾਹਰ ਬੰਨਦੇ ਆ ਓਪਨ ਏਰੀਆ 'ਚ? ਪੱਖੇ ਲਾ ਹੜੀ ਦੇ ਨੇ ਫਿਰ ਗਰਮੀਆਂ 'ਚ, ਤੇ ਸਾਡੇ ਦੀ ਮਾਲ ਤੇ ਬਾਹਰ ਉਂਝ ਚੁਗਦਾ ਰਹਿੰਦਾ। ਅੱਛਾ। ਬਾਹਰ ਫੇਰੀ ਟੁਰਦੀਆਂ ਨੇ ਤੇ ਪੰਖਿਆਂ ਨਾਲ ਫਿਰ ਗਰਮੀ ਦਾ ਮਸਲਾ ਹੱਲ ਹੋ ਜਾਂਦਾ? ਹਾਂਜੀ ਬਿਲਕੁਲ ਕੋਈ ਘੱਟ। ਅੱਛਾ, ਤੁਸੀਂ ਇਹ ਜਾਨਵਰ ਦੱਸ ਦਿਓ ਪਏ ਕਿ ਇਹਨਾਂ ਨੂੰ ਚਾਰਦੇ ਵੀ ਹੋ? ਹਾਂਜੀ। ਕਿਸ ਟਾਈਮ ਚਾਰਦੇ ਹੋ, ਕਿੰਨੇ ਤੋਂ ਕਿੰਨੇ ਵਜੇ? ਇਹ ਤਕਰੀਬਨ ਖੋਲੀ ਦੇ ਨੇ, ਕੋਈ 10 ਵੀ ਖੋਲੀ ਦੇ ਨੇ। ਅੱਛਾ। 2 ਵੀ ਲੈਣ ਦੀ ਨੇ, ਵਾਪਸ ਲੈਣ ਦੀ ਨੇ। ਠੀਕ ਹੋ ਗਿਆ। ਅੱਛਾ ਸਰ, ਹੁਣ ਇਹ ਦੱਸਿਓ ਕਿ ਇਹਨਾਂ ਨੂੰ ਬਿਮਾਰੀਆਂ ਕਿਹੜੀਆਂ ਹੁੰਦੀਆਂ ਜੇ? ਬਿਮਾਰੀਆਂ ਇਹਨਾਂ ਨੂੰ ਵੇਖ ਲਓ ਕਿ ਨਾਲ ਕੋਈ ਥਣ ਖਰਾਬ ਹੋ ਜਾਂਦੇ ਡੰਗਰਾਂ ਦੇ ਜੀ। ਕੋਈ ਇਹਨਾਂ ਨੂੰ ਗਲਗੋਟੂ ਹੋ ਜਾਂਦਾ, ਇਹਨਾਂ ਨੂੰ ਇੰਜੈਕਸ਼ਨ ਲਵਾਈ ਦੇ ਨੇ ਗਲਗੋਟੂ ਤੇ, ਫਾਲਤੂ ਟੀਕੇ ਲਵਾਈ ਦੇ ਨੇ। ਅੱਛਾ, ਇਹਨਾਂ ਦਾ ਇਲਾਜ ਤੁਸੀਂ ਡਾਕਟਰ ਕੋਲ ਕਰਵਾਉਂਦੇ ਹੋ, ਦੇਸੀ ਇਲਾਜ ਕੋਈ ਨਹੀਂ ਕਰਦੇ? ਦੇਸੀ ਇਲਾਜ ਹੋਣਾ ਹੈ ਜੀ, ਕਿ ਨਾਲ ਨੂਨ ਮਿਰਚ ਮਸਾਲੇ ਕੁੱਟ ਕੇ ਦੇਣਾ, ਹੋਰ ਕੀ ਦੇਣਾ ਇਹਨਾਂ ਨੂੰ। ਅੱਛਾ, ਗਲਗੋਟੂ ਦਾ ਕੀ ਕੋਈ ਦੇਸੀ ਇਲਾਜ ਹੈ ਵੇ? ਆਹੋ ਕੋਈ ਨਹੀਂ, ਫਾਲਤੂ ਟੀਕਾ ਸ਼ੀਕਾ ਲਗਾਈ ਦੇ ਡਾਕਟਰਾਂ ਕੋਲ। ਦੇਸੀ ਇਲਾਜ ਕੋਈ ਨਹੀਂ ਕਰਦੇ? ਨਹੀਂ ਦੇਸੀ ਇਲਾਜ ਕੋਈ ਤੇ ਜਿਹੜੇ ਥਣਾ ਦਾ ਮਸਲਾ ਹੁੰਦਾ ਉਹਨਾਂ ਦਾ ਕੀ ਇਲਾਜ ਕਰਦੇ? ਉਹਨਾਂ ਨੇ ਕਿ ਨਾਂ ਦਾ ਦੁੱਧ ਚ ਹਲਦੀ ਪਾ ਕੇ ਦੇ ਹੀੜੀ ਦੀਆਂ ਥਾਂ ਸਾਫ਼ ਹੋ ਜਾਂਦੇ। ਅੱਛਾ। ਚਿਚਰੇ ਆਣ ਦੇ। ਅੱਛਾ ਭਾਈ ਜਾਨ, ਦੱਸੋ ਕਿ ਸੂਣ ਤੋਂ ਪਹਿਲੇ ਇਹਨਾਂ ਨੂੰ ਕੀ ਦਿੰਦੇ ਹੋ? ਗਰਮੀ 'ਚ ਤੇਲ ਦੇਈਦਾ ਇਹਨਾਂ ਨੂੰ, ਤੇ ਸਰਦੀਆਂ 'ਚ ਘਿਓ ਛੋ ਦੇਈਦਾ ਦੇਸੀ। ਅੱਛਾ, ਗਰਮੀ 'ਚ ਤੇਲ ਤੇ ਸਰਦੀ ਵਿੱਚ ਜਿਹੜਾ ਘਿਓ ਛੋ ਦਿੰਦੇ ਹੋ? ਹਾਂਜੀ ਬਿਲਕੁਲ ਦੇਸੀ। ਤੇ ਕਿੰਨੀ ਮਿਕਦਾਰ 'ਚ ਤੇਲ ਜਾਂ ਤੁਸੀਂ ਘਿਓ ਦਿੰਦੇ ਹੋ ਇਹਨਾਂ ਨੂੰ? ਇਹ ਨਾਂ ਦਾ ਗਰਮੀ 'ਚ ਪਾ ਕੇ ਤੇਲ ਦੇ ਛੜੀਦਾ। ਅੱਛਾ। ਤੇ ਸੂਣ ਤੋਂ ਪਹਿਲੇ 2 ਮਹੀਨੇ ਪਹਿਲੇ 1-2 ਦਿਨ ਛੱਡ ਕੇ ਦੇਈ ਜਾਈਦਾ ਤੇਲ 'ਚ। ਤੇ ਸਰਦੀਆਂ ਦੇ ਵਿੱਚ ਘਿਓ ਵੀ ਦੇ ਛੜੀਦਾ, ਉਹ ਭਾਵੇਂ ਅੱਧਾ ਕਿਲੋ ਝਾਰੀ ਜੋ ਇੱਕ ਦਿਨ ਛੱਡ ਕੇ ਦੂਜੇ ਦਿਨ। ਦੇਸੀ ਘਿਓ ਹੀ ਦਿੰਦੇ ਹੋ? ਆਹੋ। ਇਸ ਤੋਂ ਇਲਾਵਾ ਹੋਰ ਕੁਝ? ਹੋਰ ਵੰਡਾ ਛਿੰਡੇ ਪਾਣਾ ਤੇ। ਅੱਛਾ। ਤੇ ਜਦੋਂ ਇੱਕ ਜਾਨਵਰ ਸੂ ਪੈਂਦਾ, ਉਹ ਬਾਜ਼ੂਕਾਤ ਅੱਟਾਂ ਟਾਈਮ ਨਾਲ ਨਹੀਂ ਸੁੱਟਦਾ, ਸ਼ੁਰੂ 'ਚ ਦੁੱਧ ਦੀ ਪੈਦਾਵਾਰ ਵੀ ਘੱਟ ਹੁੰਦੀ ਹਾਂਜੀ ਹੈ, ਬਿਲਕੁਲ। ਅੱਟਾਂ ਦਾ ਕੀ ਇਲਾਜ ਕਰਦੇ ਹੋ? ਉਹਨਾਂ ਨੂੰ ਇਹ ਗਲਕੰਦ ਦੇਈਦੀ ਹੈ, ਘੁਆਲੇ ਛਾਣੇ ਦੇਈਦੀ, ਵਿੱਚ ਦੁੱਧ ਚ ਰਲਾ ਕੇ ਕੋਕਰੇ 'ਚ ਤੇ ਸੁੱਟ ਛੜਦੀਆਂ ਅੱਟਾਂ ਛੜਾਂ। ਕਿੰਨੀ ਕੁ ਗਲਕੰਦ ਦਿੰਦੇ ਹੋ, ਕਿੰਨੇ ਦਿਨ ਦਿੰਦੇ ਹੋ? ਇਹ ਅੱਧਾ ਕਿਲੋ ਛੱਡ ਕੇ ਇੱਕ ਦਿਨ ਛੱਡ ਕੇ ਦੂਸਰੇ ਦਿਨ ਅੱਧਾ ਕਿਲੋ ਗਲਕੰਦ। ਠੀਕ ਹੈ। ਹਾਂਜੀ। ਤੇ ਜਿਹੜਾ ਦੁੱਧ ਘੱਟ ਦਿੰਦੀਆਂ ਨੇ ਸ਼ੁਰੂ 'ਚ, ਉਹਨਾਂ ਦਾ ਕੀ ਇਲਾਜ ਕਰਦੇ ਹੋ? ਕੋਈ ਇਹ ਹਾਲੇ ਛਾਣੇ ਦੇਈਦੀ, ਗਲਕੰਦ ਦੀ ਦੇਈਦੀ, ਦੁੱਧ ਨਾਲ ਵੀ ਸਹੀ ਹੋ ਜਾਂਦਾ, ਪੂਰਾ ਹੋ ਜਾਂਦਾ। ਅੱਛਾ। ਹਾਂਜੀ। ਅੱਛਾ ਸਰ, ਇਹ ਗੱਲ ਦੱਸੋ ਇੱਕ ਕਿ ਤੁਸੀਂ ਮੱਝਾਂ ਤੇ ਗਾਵਾਂ ਇਕੱਠੀਆਂ ਰੱਖੀਆਂ ਨੇ। ਹਾਂਜੀ। ਬਾਜ਼ ਲੋਕਾਂ ਸਿਰਫ ਮੱਝਾਂ ਰੱਖੀਆਂ ਹੁੰਦੀਆਂ ਨੇ, ਬਾਜ਼ ਲੋਕਾਂ ਸਿਰਫ ਗਾਵਾਂ ਰੱਖੀਆਂ ਹੁੰਦੀਆਂ ਨੇ। ਹਾਂਜੀ। ਤੁਹਾਨੂੰ ਕੀ ਇਹਦੇ 'ਚ ਫਾਇਦਾ ਹੈ ਕਿ ਤੁਸੀਂ ਮੱਝਾਂ ਤੇ ਗਾਵਾਂ ਇਕੱਠੀਆਂ ਰੱਖੀਆਂ ਕੁਝ ਨੇ? ਮੱਝਾਂ ਦਾ ਤੇ ਗਾਈਆਂ ਦਾ ਵੀ ਸ਼ੌਕ ਹੈ ਇਕੱਠਿਆਂ ਰੱਖਣ ਦਾ, ਸਾਨੂੰ ਉਂਝ ਵੀ ਗਾਈਆਂ ਦਾ ਵੀ ਸ਼ੌਕ ਹੈ, ਮੱਝਾਂ ਦਾ ਵੀ ਸ਼ੌਕ ਹੈ ਵੇ। ਅੱਛਾ। ਇਸ ਵਾਸਤੇ ਰੱਖੀਆਂ ਨੇ ਸ਼ੌਕ ਦੀ ਵਜ੍ਹਾ ਨਾਲ। ਜ਼ਿਆਦਾ ਫਾਇਦਾ ਕਿਹਨਾਂ ਵਿੱਚ, ਮੱਝਾਂ 'ਚ ਕਿ ਗਾਵਾਂ 'ਚ? ਫਾਇਦਾ ਦੇ ਵਿੱਚ ਮੱਝਾਂ ਦੇ ਵਿੱਚ ਦੁੱਧ ਦੇ ਵਿੱਚ ਵਿਕਦਾ ਸਹੀ ਹੈ, ਤੇ ਗਾਵਾਂ ਦੇ ਵਿੱਚ ਇਹ ਫਾਇਦਾ ਕਿ ਉਹਨਾਂ ਦੇ ਬੱਚੇ ਜਿਹੜਾ ਬਚ ਜਾਂਦੇ ਨੇ, ਜਵਾਨ ਹੋ ਜਾਂਦੇ ਜਲਦੀ ਤਰ੍ਹਾਂ, ਇਹ ਫਾਇਦਾ ਗਾਈਆਂ ਦਾ ਵੀ। ਅੱਛਾ। ਹਾਂਜੀ। ਇਹ ਦੱਸੋ ਕਿ ਤੁਸੀਂ ਇਹਨਾਂ ਦਾ ਜਿਹੜਾ ਦੁੱਧ ਉਹ ਮਿਕਸ ਹੀ ਸੇਲ ਕਰਦੇ ਹੋ ਕਿ ਲੈਦਾ ਸੇਲ ਕਰਦੇ ਹੋ? ਮਿਕਸ ਵੀ ਲੈ ਸੇਲ ਕਰਨੇ ਅਸੀਂ। ਅੱਛਾ। ਲੈਦਾ ਨਹੀਂ ਕਰਦੇ। ਤੇ ਕੀ ਰੇਟ ਹੈ ਅੱਜ ਕੱਲ ਦੁੱਧ ਦਾ? 100 ਰੁਪਏ ਰੇਟ ਹੈ। ਇਹ ਮਿਕਸ ਦਾ? ਨਹੀਂ, ਮਿਕਸ ਦਾ ਤਾਂ ਘੱਟ ਜਾਂਦਾ, ਫਿਰ 80 ਰੁਪਏ ਆਈਆਂ ਦਾ ਮਿਕਸ ਦੇ ਵਿੱਚ, 90 ਰੁਪਏ ਵੀ ਆਈਆਂ ਦਾ ਮਿਕਸ ਦੇ ਵਿੱਚ। ਤੇ ਗਾਂ ਦਾ ਕੀ ਰੇਟ ਹੈ? ਗਾਂ ਦਾ ਦੁੱਧ ਆ ਜਾਂ ਮੌਂਜ ਵੇਖਣ ਦਾ? ਦੁੱਧ ਦਾ? ਦੁੱਧ 80 ਰੁਪਏ। ਤੇ ਮੱਝ ਦਾ? ਮੱਝ ਦਾ 100 ਰੁਪਏ। ਠੀਕ ਹੋ ਗਿਆ। ਅੱਛਾ ਸਰ, ਇਹ ਤੁਸੀਂ ਦੱਸੋ ਕਿ ਅਗਰ ਕੋਈ ਬੰਦਾ ਇਹ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਹਾਂਜੀ, ਤੁਸੀਂ ਕੀ ਮਸ਼ਵਰਾ ਦਵੋਗੇ? ਉਹ ਗਾਵਾਂ ਰੱਖੇ ਕਿ ਮੱਝਾਂ ਰੱਖੇ ਜਾਂ ਦੋਨੋਂ ਇਕੱਠੇ ਰੱਖੇ? ਫਿਰ ਜਿਸ ਤਰ੍ਹਾਂ ਮੁਨਾਸਬ ਲੱਗਦਾ ਉਸ ਤਰ੍ਹਾਂ ਕਰੇ, ਲੇਕਿਨ ਮੇਰੇ ਖਿਆਲ ਨਾਲ ਦੋਏ ਮਿਕਸ ਰੱਖਣ ਤੇ ਸਹੀ ਰਹਿਣਗੇ, ਕਿਉਂਕਿ ਗਾਈਆਂ ਦਾ ਵੀ ਕੋਈ ਫਾਇਦਾ ਹੋ ਜਾਂਦਾ, ਬੱਚਿਆਂ ਦਾ ਕੋਈ ਜਿਹਨਾਂ ਦੇ ਜਵਾਨ ਹੋ ਜਾਂਦੇ ਉਹ ਵੀ ਕੋਈ ਫਾਇਦਾ ਹੋ ਜਾਂਦਾ, ਤੇ ਕੋਈ ਗਾਈਆਂ ਦਾ ਮੱਝਾਂ ਦਾ ਦੁੱਧ ਦੇ ਹਿਸਾਬ ਨਾਲ ਵੇਖ ਜਾਂਦਾ, ਗਾਈਆਂ ਦਾ ਦੁੱਧ ਵੀ ਨਾਲ ਵਿਕਦਾ। ਅੱਛਾ, ਇਹ ਤੇ ਹੋ ਗਈ ਨਾ ਜਾਨਵਰਾਂ ਦੀ ਗੱਲ। ਤੇ ਜਾਨਵਰ ਉਹ ਕਿੱਥੋਂ ਖਰੀਦੇ? ਬੂਰੇ ਵਿਹਾੜੀ ਚੋਂ ਖਰੀਦੇ, ਉਥੋਂ ਮੰਡੀਆਂ 'ਚ ਖਰੀਦੇ ਜੀ। ਹਾਂਜੀ। ਤੇ ਬਾਜ਼ ਲੋਕ ਹੁੰਦੇ ਨੇ ਕਿ ਉਹ ਜਿਹੜਾ ਨਾ ਸ਼ੈੱਡ ਤੇ ਬੜਾ ਤੇ ਫਾਰਮ ਤੇ ਬੜਾ ਖਰਚਾ ਕਰਦੇ ਨੇ, ਜਾਨਵਰਾਂ ਤੇ ਨਾ ਖਰਚਾ ਨਹੀਂ ਕਰਦੇ। ਹਾਂਜੀ। ਤੁਹਾਡਾ ਕੀ ਹਾਲ ਹੈ, ਜਾਨਵਰਾਂ ਤੇ ਖਰਚਾ ਕਰਨਾ ਚਾਹੀਦਾ ਕਿ ਸ਼ੈੱਡ ਤੇ ਫਾਰਮ ਤੇ ਵੀ ਖਰਚਾ ਕਰੇ? ਨਹੀਂ, ਜਾਨਵਰਾਂ ਤੇ ਖਰਚਾ ਕਰਨਾ ਚਾਹੀਦਾ ਜ਼ਿਆਦਾ ਤੋਂ ਜ਼ਿਆਦਾ, ਤੇ ਸ਼ੈੱਡ ਤੇ ਵੀ ਖਰਚਾ ਕਰਨਾ ਚਾਹੀਦਾ। ਅੱਛਾ। ਦੋਏ ਕੰਮ ਚੱਲਣਗੇ ਤੇ ਫੇਰ ਹੀ ਚੱਲਣਾ ਇਹਨਾਂ ਨਿਜ਼ਾਮ। ਠੀਕ ਹੈ ਭਾਈ ਜਾਨ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਕੀਮਤੀ ਵਕਤ ਤੇ ਅਹਿਮ ਮਾਲੂਮਾਤ ਸਾਡੇ ਨਾਜ਼ਰੀਨ ਨਾਲ ਸ਼ੇਅਰ ਕੀਤੀਆਂ। ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅੱਲਾਹ ਹਾਫਿਜ਼। ਤਾਬਿਆਂ ਦਾ ਅਰਸਾ ਤੁਹਾਡੇ। ਅੱਲਾਹ ਹਾਫਿਜ਼।